ਉਹਦੇ 'ਚ ਕਿਸਾਨਾਂ ਦਾ ਵੀ ਨੁਕਸਾਨ ਹੋਵੇ ਤੇ ਪੰਜਾਬੀਆਂ ਦਾ ਨੁਕਸਾਨ ਹੋਵੇ, ਕਿਉਂਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹਨੇ ਪੂਰੇ ਹਿੰਦੁਸਤਾਨ ਦੇ ਵਿੱਚ ਲੀਡ ਕੀਤਾ ਔਰ ਕਿਸਾਨਾਂ ਨੇ ਔਰ ਗਵਰਨਮੈਂਟ ਨੇ ਆਪਣੀ ਵਿਧਾਨ ਸਭਾ 'ਚ ਆ ਕੇ ਜਿਹੜਾ ਬਿੱਲ ਜਿਹੜੇ ਰੱਦ ਕੀਤੇ ਗਏ ਉਹਨਾਂ ਦੇ ਵਿੱਚ ਇਹ ਕਿਹਾ ਕਿ ਇਸ ਜਿਹੜੀ ਐਜੀਟੇਸ਼ਨ ਹੈ ਇਹ ਕੋਈ ਥੋੜ੍ਹੇ ਦਿਨਾਂ ਦੀ ਇਹ ਲੰਬੀ ਵੀ ਚੱਲ ਸਕਦੀ ਔਰ ਕਾਫੀ ਲੰਬੀ ਵੀ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨੂੰ ਵਿਚਾਰ ਵਟਾਂਦਰਾ ਹੋਇਆ ਔਰ ਉਹਨਾਂ ਬੜੇ ਵਧੀਆ ਤਰੀਕੇ ਨਾਲ ਇਹਦੇ 'ਤੇ ਸਾਡੀ ਗੱਲਬਾਤ ਸੁਣੀ। ਰਾਵਤ ਸਾਹਿਬ ਉਹ ਕਹਿ ਕੇ ਗਏ ਨੇ ਕਿ ਅਸੀਂ ਜਿਹੜਾ ਆਪਣਾ ਧਰਨਾ ਜਿਹੜਾ ਪ੍ਰਾਈਵੇਟ ਕਾਰਪੋਰੇਟ ਜਿਹੜੇ ਘਰਾਣੇ ਉਹਨਾਂ ਦੇ ਲਾਈਨਾਂ ਤੇ ਲਗਾਇਆ ਗਿਆ, ਜਿਹੜੇ ਉਹਨਾਂ ਦੇ ਥਰਮਲ ਹਾਊਸ ਹੈਗੇ, ਅਸੀਂ ਉਹ ਖਾਲੀ ਨਹੀਂ ਕਰਾਂਗੇ। ਦੇਖੋ ਇਹੀ ਗੱਲ ਜਿਹੜੀ ਸੀ ਮੈਂ ਤੁਹਾਨੂੰ ਪਹਿਲਾਂ ਤੁਸੀਂ ਮੇਰੇ ਕਲੀਅਰ ਨਹੀਂ ਸੁਣੀ। ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਾਈਵੇਟ ਲਾਈਨ ਜਿਹੜੀ ਉਹਨਾਂ ਦੀ ਆਪਣੀਆਂ ਨੇ ਉਹਨਾਂ ਦੇ ਧਰਨੇ ਲਗਾਏ ਨੇ। ਉਹਦੇ 'ਚ ਮੈਂ ਵੀ ਇਹ ਮਹਿਸੂਸ ਕਰਦਾ ਕਿ ਇੱਕ ਸਾਈਡ ਨੂੰ ਜਿਹੜੇ ਧਰਨੇ ਲਾਏ ਗਏ ਨੇ ਉਹਨਾਂ ਨੂੰ ਵੀ ਗਵਰਨਮੈਂਟ ਆਫ ਇੰਡੀਆ ਨੂੰ ਇਗਨੋਰ ਕਰਕੇ ਔਰ ਪੰਜਾਬ ਦੇ ਵਿੱਚ ਬਾਕੀ ਟ੍ਰੇਨਾਂ ਨੂੰ ਇਮੀਡੀਏਟ ਚਾਲੂ ਕਰਨਾ ਚਾਹੀਦਾ ਔਰ ਜਿਹੜੀ ਜਿਸ ਵੇਲੇ ਸਮੂਥਲੀ ਕੰਮ ਚੱਲੇਗਾ ਉਹਦੇ ਬਾਅਦ ਕਈ ਫੈਸਲੇ ਹੁੰਦੇ ਨੇ, ਕਈ ਗੱਲਾਂ ਆਉਂਦੀਆਂ ਨੇ, ਉਹਨਾਂ ਚੀਜ਼ਾਂ ਦੇ ਵਿੱਚ ਕਾਫੀ ਹੋ ਜਾਂਦਾ, ਪਰ ਗਵਰਨਮੈਂਟ ਆਫ ਇੰਡੀਆ ਨੂੰ ਇੰਨਾ ਰਿਜ਼ਲਟ ਨਹੀਂ ਹੋਣਾ ਚਾਹੀਦਾ। ਇੱਕ ਅੱਜ ਸੈਂਟਰ ਗਵਰਨਮੈਂਟ ਨੇ ਅੱਜ ਇੱਕ ਆਰਡੀਨੈਂਸ ਪਾਸ ਕੀਤਾ ਜਿਹੜਾ ਪਰਾਲੀ ਸਾੜਨ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਗਰ ਕੋਈ ਪਰਾਲੀ ਸਾੜਦਾ ਤੇ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ। ਕਮਿਸ਼ਨ ਹੈ ਜਿਹੜਾ ਨਾਲ ਦੇ ਨਾਲ ਇਫੈਕਟ ਦੇ ਵਿੱਚ ਆਏਗਾ ਤੇ ਉਸ ਦੇ ਵਿੱਚ ਐਨਸੀਆਰ ਦੇ ਸਾਰੇ ਮੈਂਬਰਸ ਹੋਣਗੇ ਤੇ ਉਸ ਦੇ ਵਿੱਚ 5 ਸਾਲ ਦੀ ਸਜ਼ਾ ਜਾਂ 1 ਕਰੋੜ ਤੱਕ ਦਾ ਜੁਰਮਾਨਾ ਜਾਂ ਦੋਨੋਂ ਕੀਤੇ ਜਾ ਸਕਦੇ। ਪੜ੍ਹ ਲਈ ਪਹਿਲਾਂ ਇਹਨੂੰ ਅਜੇ ਅਸੀਂ ਅਜੇ ਹੁਣੇ ਤੁਹਾਡੇ ਕੋਲੇ ਸੁਣਿਆ, ਇਹਨੂੰ ਸਟੱਡੀ ਕਰ ਲੈਂਦੇ ਹਾਂ। ਪਰ ਇਹ ਜਿਹੜੇ ਤੁਗਲਕੀ ਫਰਮਾਨ ਬੀਜੇਪੀ ਗਵਰਨਮੈਂਟ ਕਿਸਾਨਾਂ ਦੇ ਅਗੇਂਸਟ ਕਰ ਰਹੀ ਹੈ, ਇਹ ਪੂਰੇ ਦੇਸ਼ ਲਈ ਕੋਈ ਉਹਦੇ ਹਿੱਤ 'ਚ ਨਹੀਂ ਗੇ, ਇਹ ਪੂਰੇ ਹਿੰਦੁਸਤਾਨ ਦਾ ਨੁਕਸਾਨ ਵਾਲੇ ਪਾਸੇ ਔਰ ਇਹ ਕਨਫਰੰਟੇਸ਼ਨ ਵਾਲੇ ਪਾਸੇ ਮੋਦੀ ਸਰਕਾਰ ਜਿਹੜੀ ਚੱਲੀ ਆ, ਇਹ ਕੋਈ ਬਹੁਤ ਵਧੀਆ ਸੰਕੇਤ ਨਹੀਂ। ਔਰ ਕਿਸਾਨੀ ਦੇ ਉੱਤੇ ਤਾਂ ਤੁਗਲਕੀ ਫਰਮਾਨ ਦਬਾ ਆ ਰਹੇ ਨੇ, ਪਰ ਇਸ ਤੋਂ ਪਹਿਲਾਂ ਇਹੋ ਜਿਹੇ ਤੁਗਲਕੀ ਫਰਮਾਨ ਹੋਰ ਪੋਲਿਊਸ਼ਨ ਨਾਲ ਸੰਬੰਧਿਤ ਕਦੀ ਕਿਸੇ ਤੇ ਨਹੀਂ ਆਇਆ। ਕੀ ਬੀਜੇਪੀ ਨੂੰ ਔਰ ਮੋਦੀ ਸਰਕਾਰ ਨੂੰ ਇਕੱਲੇ ਕਿਸਾਨ ਦਾ ਹੀ ਦਿਖਦਾ ਸਾਰਾ ਕੁਝ, ਜਿਹੜੀ ਉਹਦੀ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ ਉਹਨੂੰ ਹੋਰ ਕੁਝ ਨਹੀਂ ਦਿਖਦਾ ਹੈਗਾ? ਕਿਉਂਕਿ ਇਹ ਬੜਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਦਬਾਉਣ ਵਾਲੀ ਬੀਜੇਪੀ ਸਰਕਾਰ ਦਾ ਕੇਂਦਰ ਦਾ ਜਿਹੜਾ ਇਹ ਤਰੀਕਾ ਆ, ਇਹਨੂੰ ਨਾ ਕਿਸਾਨ ਬਰਦਾਸ਼ਤ ਕਰਨਗੇ, ਨਾ ਕਿਸਾਨ ਅਤਾਸ਼ੀ ਸਰਕਾਰਾਂ ਜਿਹੜੀਆਂ ਨੇ, ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਕੋਈ ਹੋਰ ਸਰਕਾਰਾਂ ਨੇ, ਉਹ ਬਰਦਾਸ਼ਤ ਕਰਨਗੇ। ਔਰ ਇਹ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਚਾਹੇ ਜਿੰਨੇ ਇੰਸਟੀਟਿਊਸ਼ਨ ਸਾਡੇ ਹੈਗੇ ਨੇ ਉਹਨਾਂ ਦਾ ਸਹਾਰਾ ਲੈ ਕੇ ਉਹਨਾਂ ਨੂੰ ਆਪਣੀ ਬੀਜੇਪੀ ਦਾ ਇੱਕ ਮੁੱਖ ਜਿਹੜਾ ਹੈਗਾ ਮੁੱਖ ਏਜੰਡਾ ਜਿਹੜਾ ਹੈਗਾ ਬਣਾ ਕੇ ਉਹਨਾਂ ਕੋਲੋਂ ਇਹ ਤੁਗਲਕੀ ਫਰਮਾਨ ਜਾਰੀ ਕਰਵਾਏ ਜਾ ਰਹੇ ਨੇ। ਇਹਦਾ ਖਮਿਆਜਾ ਬੀਜੇਪੀ ਨੂੰ ਭੁਗਤਣਾ ਪਊਗਾ। ਅਜੇ ਤੁਸੀਂ ਇਕੱਲੀ ਆਰਡੀਐਫ ਦੀ ਨਾਲ ਗੱਲ ਕਰੋ, ਜਿਹੜਾ ਪਹਿਲਾਂ ਉਹਨਾਂ ਨੇ ਜੀਐਸਟੀ ਦੇ ਵੀ ਪੰਜਾਬ ਨੂੰ ਸੱਟ ਮਾਰੀ, ਆਰਡੀਐਫ 'ਚ ਮਾਰੀ, ਔਰ ਇਹ ਵੀ ਹੋ ਸਕਦਾ ਕਿ ਇਹੋ ਜਿਹੀ ਵੀ ਸਿਚੁਏਸ਼ਨ ਲਿਆ ਕੇ ਆ ਸਕਦੇ ਨੇ ਕਿ ਪੰਜਾਬ ਸਰਕਾਰ ਦੇ ਉੱਤੇ ਕੋਈ ਸਖਤ ਕਦਮ ਚੁੱਕਣ ਲਈ ਵੀ ਇਹ ਸਟੈਪ ਲੈ ਸਕਦੇ, ਕਿਉਂਕਿ ਬੀਜੇਪੀ ਗਵਰਨਮੈਂਟ ਜਾਂ ਮੋਦੀ ਗਵਰਨਮੈਂਟ ਜਿਹੜੀ ਆ ਇਹ ਹਿੰਦੁਸਤਾਨ ਦੇ ਵਿੱਚ ਅਨਾਰਕੀ ਫੈਲਾਉਣਾ ਚਾਹੁੰਦੀ ਆ ਔਰ ਖਾਸ ਕਰਕੇ ਜਿਹੜਾ ਮੁੱਦਾ ਕਿਸਾਨੀ ਦਾ ਮੁੱਦਾ, ਇਹਨੂੰ ਉਹਨਾਂ ਨੇ ਇੱਕ ਕਾਰਨਰ ਕਰਨਾ ਚਾਹੁੰਦੇ, ਜਿਹਦੇ ਉੱਤੇ ਪੰਜਾਬ ਦਾ ਕਿਸਾਨ ਜਿਹਨੂੰ ਅੰਨਦਾਤਾ ਕਿਹਾ ਗਿਆ ਸੀ, ਉਸ ਅੰਨਦਾਤਾ ਦੇ ਪੇਟ ਦੇ ਉੱਤੇ ਲੱਤ ਮਾਰੀ ਜਾ ਰਹੀ ਹੈ। ਇਹਦੇ ਲਈ ਸਾਰੇ ਪੰਜਾਬੀ, ਇਕੱਲੇ ਕਿਸਾਨ ਨਹੀਂ ਆਪਾਂ ਕਹਿ ਸਕਦੇ, ਹਰ ਕਮਿਊਨਿਟੀ ਜਿਹੜੀ ਆ ਉਹ ਇਹਦੇ ਉੱਪਰ ਖੜੀ ਆ ਔਰ ਪੰਜਾਬ ਦਾ ਡਿਵੈਲਪਮੈਂਟ ਸਾਰੀ ਇਹਦੇ 'ਤੇ ਖੜੀ। ਆਰਡੀਐਫ ਜਿਹੜੀ ਆ ਉਹਦਾ ਵੀ ਤੁਸੀਂ ਜਿਹੜਾ ਕੱਲ੍ਹ ਦਾ ਦੇਖਿਆ, ਇਹ ਵੀ ਸਾਨੂੰ ਇੱਕ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਫਾਈਨੈਂਸ਼ੀਅਲੀ ਕਿਵੇਂ ਇਸ ਗਵਰਨਮੈਂਟ ਨੂੰ ਫੇਲ ਕੀਤਾ ਜਾਏ, ਇਹ ਵੀ ਉਹਦੇ ਇੱਕ ਕੜੀ ਦੇ ਵਿੱਚ ਆ। ਉਹ ਇਸ ਕਰਕੇ ਇੱਕ ਅਪੀਲ ਵੀ ਕੀਤੀ ਅੱਜ ਕਿ ਕੇਂਦਰ ਦੀ ਜਿਹੜੀ ਨੀਅਤ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਸਭ ਤੋਂ ਪੀਸਫੁਲ ਮੂਵਮੈਂਟ ਜਿਹੜੀ ਹੈ ਕਿਸਾਨੀ ਦੀ ਚੱਲ ਰਹੀ ਹੈਗੀ ਹੈ, ਉਹਦੇ ਵਿੱਚ ਸਾਰੇ ਰਲ ਮਿਲ ਕੇ ਕੇਂਦਰ ਦੀ ਜਿਹੜੀ ਬਦਨੀਤੀ ਹੈਗੀ ਹੈ ਉਹਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਆਪਣੇ ਮਾਹੌਲ ਨੂੰ ਠੀਕ ਰੱਖ ਕੇ ਇਸ ਐਜੀਟੇਸ਼ਨ ਨੂੰ ਕੇਂਦਰ ਵਾਲੇ ਪਾਸੇ ਨੂੰ ਹੀ ਕੇਂਦਰਿਤ ਰੱਖੀਏ। ਇਹ ਵੀ ਅਪੀਲ ਕੀਤੀ ਗਈ ਆਪਸ ਵਿੱਚ। ਥੈਂਕ ਯੂ। ਪਰਸਨਲ ਨਾ ਲਓ, ਪਰਸਨਲ ਹੋਣਗੇ ਪਰ ਅੱਜ
ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੀ 3 ਮੈਂਬਰੀ ਕਮੇਟੀ ਨੇ ਬੈਠਕ ਕੀਤੀ ਹੈ BKU ਉਗਰਾਹਾਂ ਦੇ ਨਾਲ। BKU ਏਕਤਾ ਉਗਰਾਹਾਂ ਜਿਹੜੀ ਕਿਸਾਨ ਜਥੇਬੰਦੀ ਹੈ, ਹਾਲਾਂਕਿ ਇਹ ਜਿਹੜੀ ਮੀਟਿੰਗ ਹੈ ਬੇਨਤੀਜਾ ਰਹੀ ਹੈ। BKU ਉਗਰਾਹਾਂ ਦੇ ਜਿਹੜੇ ਆਗੂ ਸੀ, ਜਿਹੜੇ ਨੇਤਾ ਸੀ, ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਸਰਕਾਰੀ ਥਰਮਲ ਪਲਾਂਟ ਨੂੰ ਜਾਣ ਵਾਲਾ ਟਰੈਕ ਨਹੀਂ ਰੋਕਿਆ। ਉਹਨਾਂ ਨੇ ਕਿਹਾ ਹੈ ਕਿ ਅਸੀਂ ਸਿਰਫ ਜਿਹੜੇ ਨਿੱਜੀ ਥਰਮਲ ਪਲਾਂਟ ਨੇ ਰਾਜਪੁਰਾ ਤੇ ਬਣਾਵਾਲੀ, ਜਿਹੜੇ 2 ਨਿੱਜੀ ਥਰਮਲ ਪਲਾਂਟ ਨੇ, ਔਰ ਉਹਨਾਂ ਦੀ ਜਿਹੜੀ ਨਿੱਜੀ ਸਪਲਾਈ ਵਾਲਾ ਰੇਲਵੇ ਟਰੈਕ ਹੈ ਜਿੱਥੋਂ ਉਹਨਾਂ ਥਰਮਲ ਪਲਾਂਟਾਂ ਨੂੰ ਡਾਇਰੈਕਟ ਸਪਲਾਈ ਆਉਂਦੀ ਹੈ, ਸਿਰਫ ਉਹ ਰੇਲਵੇ ਟਰੈਕ ਅਸੀਂ ਰੋਕਿਆ ਹੈ। ਇਸ ਤੋਂ ਇਲਾਵਾ ਅਸੀਂ ਕੋਈ ਰੇਲਵੇ ਟਰੈਕ ਨਹੀਂ ਰੋਕਿਆ। ਕੇਂਦਰ ਸਰਕਾਰ ਇਸ ਨੂੰ ਬਹਾਨਾ ਬਣਾ ਰਹੀ ਹੈ ਉਹਨਾਂ ਦੇ ਇਸ ਮੋਰਚੇ ਨੂੰ। ਸੋ BKU ਉਗਰਾਹਾਂ ਜਿਹੜੀ ਜਥੇਬੰਦੀ ਹੈ ਉਸ ਦੇ ਨਾਲ ਮੀਟਿੰਗ ਹੋਈ ਹੈ ਔਰ ਪੰਜਾਬ ਸਰਕਾਰ ਨੇ ਜਿਹੜੇ 3 ਮੈਂਬਰੀ ਕਮੇਟੀ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਬਣਾਈ ਸੀ, ਜਿਹਦੇ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਹੁਣੇ ਇਸ ਬਾਰੇ ਬਰੀਫ ਕਰ ਰਹੇ ਸੀ, ਜਾਣਕਾਰੀ ਦੇ ਰਹੇ ਸੀ ਕਿ ਕੀ ਗੱਲਬਾਤ ਬੈਠਕ ਦੇ ਵਿੱਚ ਹੋਈ ਹੈ। ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਕਿਸੇ ਟਰੈਕ ਤੇ ਨਹੀਂ ਬੈਠੇ, ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਸਾਡੇ ਸਹਿਯੋਗੀ ਅਰਸ਼ੀ ਜੁੜੇ ਨੇ ਹੋਰ ਗੱਲਬਾਤ ਦੇ ਲਈ। ਅਰਸ਼ਦੀਪ, ਸਭ ਤੋਂ ਪਹਿਲਾਂ ਮੀਟਿੰਗ ਬਾਰੇ ਡਿਟੇਲ 'ਚ ਥੋੜਾ ਜਾਨਣਾ ਚਾਹਾਂਗੇ ਕਿ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ, ਕਿਉਂ ਇਹਨਾਂ ਜਥੇਬੰਦੀਆਂ ਨੂੰ ਸਰਕਾਰ ਨੇ ਬੁਲਾਇਆ ਸੀ, ਔਰ ਜੇ ਆਪਾਂ ਕਹਿ ਰਹੇ ਹਾਂ ਕਿ ਮੀਟਿੰਗ ਬੇਨਤੀਜਾ ਰਹੀ ਹੈ ਤਾਂ ਉਹ ਬੇਨਤੀਜਾ ਦਾ ਮਤਲਬ ਕੀ ਹੈ? ਸਰਕਾਰ ਕੀ ਚਾਹ ਰਹੀ ਸੀ ਜਿਹੜਾ ਸਿਰੇ ਨਹੀਂ ਚੜਿਆ? ਮੰਤਰੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੁਖਜਿੰਦਰ ਰੰਧਾਵਾ ਬੋਲ ਰਹੇ ਸੀਗੇ, ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਵੱਲੋਂ ਇੱਕ ਚਿੱਠੀ ਆਈ ਸੀ ਕਿ ਜਿਹੜੇ ਕਿਸਾਨ ਰੇਲਵੇ ਟਰੈਕਾਂ ਤੇ ਬੈਠੇ ਨੇ ਉਹਨਾਂ ਨੂੰ ਉਠਾਇਆ ਜਾਵੇ, ਜਿਹੜਾ ਪ੍ਰਦਰਸ਼ਨ ਚੱਲ ਰਿਹਾ ਉਸ ਨੂੰ ਸਮਾਪਤ ਕੀਤਾ ਜਾਵੇ ਤਾਂ ਕਿ ਜਿਹੜੀਆਂ ਮਾਲ ਗੱਡੀਆਂ ਨੇ ਉਹ ਚੱਲ ਸਕਣ। ਦੂਸਰਾ ਇੱਕ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੀਆਂ ਰੇਲਵੇ ਜਿਹੜੀਆਂ ਟ੍ਰੇਨਸ ਨੇਗੀਆਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਇਸ ਦੇ ਉੱਤੇ ਇੱਕ ਮੀਟਿੰਗ ਸੱਦੀ ਗਈ ਸੀ BKU ਉਗਰਾਹਾਂ ਦੇ ਨਾਲ, ਲੇਕਿਨ ਮੀਟਿੰਗ ਦੇ ਵਿੱਚ ਜਦ ਗੱਲਬਾਤ ਹੋਈ ਤਾਂ BKU ਉਗਰਾਹਾਂ ਨੇ ਇਹ ਸਾਫ਼ ਕੀਤਾ ਕਿ ਅਸੀਂ ਕਿਸੇ ਵੀ ਰੇਲਵੇ ਟਰੈਕ ਤੇ ਨਹੀਂ ਬੈਠੇ ਹੋਏ। ਅਸੀਂ ਰੇਲਵੇ ਟਰੈਕ 13 ਤਰੀਕ ਨੂੰ ਹੀ ਛੱਡ ਦਿੱਤੇ ਸੀਗੇ ਤੇ ਸਿਰਫ 2 ਜਿਹੜੇ ਨਿੱਜੀ ਪਾਰਟਨਰਸ਼ਿਪ ਦੇ ਵਿੱਚ ਥਰਮਲ ਪਲਾਂਟ ਚੱਲ ਰਹੇ ਨੇ, ਉਹਨਾਂ ਦੀ ਜਿਹੜੀ ਪਰਸਨਲ ਜਿਹੜੀ ਰੇਲਵੇ ਲਾਈਨ ਹੈਗੀ ਆ, ਜਿੱਥੋਂ ਉਹਨਾਂ ਦੀ ਪਰਸਨਲ ਸਪਲਾਈ ਚੱਲਦੀ ਹੈ, ਚਾਹੇ ਉਹ ਅੱਧੇ ਕਿਲੋਮੀਟਰ ਦੀ ਲਾਈਨ ਹੈਗੀ ਹੈ, ਚਾਹੇ 1 ਕਿਲੋਮੀਟਰ ਦੀ ਲਾਈਨ ਹੈਗੀ ਆ, ਉੱਥੇ ਉਹਨਾਂ ਨੇ ਜਿਹੜਾ ਹੈਗਾ ਧਰਨਾ ਲਾਇਆ ਹੋਇਆ ਕਿ ਉਹਨਾਂ ਦੀ ਸਪਲਾਈ ਰੋਕੀ ਹੋਈ ਹੈ। ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਜਿਹੜੇ ਬੰਦ ਕੀਤੇ ਗਏ ਨੇ ਉਹਨਾਂ ਨੂੰ ਚਲਾਇਆ ਜਾਵੇ, ਜਿਹੜੇ ਉੱਥੇ ਵਰਕਰ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਇਸ ਕਿਸਮ ਦੀ ਉਹਨਾਂ ਨੇ ਗੱਲ ਕੀਤੀ ਕਿ ਇਹ ਜ਼ਰੂਰ ਸਾਫ਼ ਕੀਤਾ ਕਿ ਉਹ ਕਿਸੇ ਰੇਲਵੇ ਲਾਈਨ ਦੇ ਉੱਤੇ ਨਹੀਂ ਬੈਠੇ ਤੇ ਨਾ ਹੀ ਉਹਨਾਂ ਨੇ ਕੋਈ ਗੱਡੀ ਰੋਕੀ ਹੈ। ਤਾਂ ਜਿਹੜਾ ਮਿਨਿਸਟਰਸ ਨੇ ਵੀ ਇਹ ਮੰਨੀ ਗੱਲ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਕਿ ਅਗਰ ਇਹ 2 ਜਿਹੜੇ ਥਰਮਲ ਪਲਾਂਟ ਨੇ ਜਿੱਥੇ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ, ਇਹਨਾਂ ਤੋਂ ਬਿਨਾਂ ਬਾਕੀ ਜਗ੍ਹਾ ਜਿਹੜੀ ਹੈਗੀ ਹੈ ਕੋਲੇ ਦੀ ਸਪਲਾਈ ਚਲਾਈ ਜਾਵੇ, ਰੇਲਵੇ ਨੂੰ ਚਲਾਇਆ ਜਾਵੇ ਤੇ ਕੋਈ ਸਿਕਿਉਰਿਟੀ ਦਾ ਕੋਈ ਇਸ ਕਿਸਮ ਦਾ ਜਿਹੜਾ ਮੁੱਦਾ ਹੈਗਾ ਉਸ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ। ਨਾਲ ਦੀ ਨਾਲ ਜਥੇਬੰਦੀਆਂ ਦੇ ਨਾਲ BKU ਉਗਰਾਹਾਂ ਨੂੰ ਗੱਲ ਕਰਨ ਲਈ ਵੀ ਕਿਹਾ ਗਿਆ ਤੇ ਦੂਸਰਾ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਵੀ ਕਿਹਾ ਗਿਆ। ਜੀ ਵਿਜੇ। ਔਰ ਅਰਸ਼ਦੀਪ, ਕੀ ਸਰਕਾਰ ਦੀ ਇਹ ਕੋਸ਼ਿਸ਼ ਹੈ ਜਾਂ ਜਿਹੜੀ ਇਸ ਮੀਟਿੰਗ ਦੇ ਦੌਰਾਨ ਵੀ ਗੱਲਬਾਤ ਦੌਰਾਨ ਇੱਕ ਕੋਸ਼ਿਸ਼ ਰਹੀ ਹੈ ਕਿ ਜੇ ਨਿੱਜੀ ਥਰਮਲ ਪਲਾਂਟਾਂ ਨੂੰ ਵੀ ਉਹ ਤਰਕ ਦੇ ਰਹੇ ਨੇ ਕਿ ਅਸੀਂ ਰੋਕੀ ਹੈ ਰੇਲਵੇ ਲਾਈਨ, ਤਾਂ ਉਹ ਵੀ ਖੋਲ ਦਿੱਤੀ ਜਾਵੇ? ਦੇਖੋ, ਗੱਲਬਾਤ ਤਾਂ ਜ਼ਰੂਰ ਹੋਈ ਹੈ ਵਿਜੇ ਕਿ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਧਰਨੇ ਪ੍ਰਦਰਸ਼ਨ ਨੂੰ ਕੋਈ ਹੋਰ ਅਗਰ ਉਹ ਕਰ ਸਕਦੇ ਨੇ, ਲੇਕਿਨ ਕਿਉਂਕਿ ਜਥੇਬੰਦੀ ਨੇ ਇਹ ਕਲੀਅਰ ਕੀਤਾ ਕਿ ਉਹਨਾਂ ਨੇ ਕੋਈ ਰੇਲਵੇ ਟਰੈਕ ਨਹੀਂ ਰੋਕਿਆ ਹੋਇਆ, ਸਿਰਫ ਪਰਸਨਲ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਰੋਕਿਆ ਹੋਇਆ। ਸਗੋਂ ਮੰਤਰੀਆਂ ਨੇ ਇਸ ਕਿਸਮ ਦੀ ਤਾਂ ਕੋਈ ਗੱਲ ਕਹਿੰਦੇ ਨਜ਼ਰ ਨਹੀਂ ਆਏ ਕਿ ਜਿਹੜਾ ਉਹਨਾਂ ਦੀ ਰੇਲਵੇ ਲਾਈਨ ਖੋਲੀ ਜਾਵੇ। ਹਾਲਾਂਕਿ ਇਹ ਜ਼ਰੂਰ ਕਿਹਾ ਕਿ ਕਿਸਾਨ ਕਹਿ ਕੇ ਗਏ ਨੇ ਕਿ ਇਹ ਐਜੀਟੇਸ਼ਨ ਲੰਬੀ ਚੱਲ ਸਕਦੀ ਹੈ ਤੇ ਦੂਸਰਾ ਮੰਤਰੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੇਂਦਰ ਦੇ ਵੱਲ ਹੀ ਇਹ ਲੜਾਈ ਸੇਧਿਤ ਹੋਣੀ ਚਾਹੀਦੀ ਹੈ, ਕਿਉਂਕਿ ਕੇਂਦਰ ਸਰਕਾਰ ਜਿਸ ਕਿਸਮ ਦੇ ਕਾਨੂੰਨ ਲਿਆ ਰਹੀ ਹੈ, ਚਾਹੇ ਉਹ RDF ਦੀ ਗੱਲ ਹੋਈ ਹੈ, ਪਿਛਲੇ ਦਿਨੀ RDF ਨੂੰ ਬੰਦ ਕਰਨ ਦੀ ਗੱਲ ਹੋਈ ਹੈ, ਦੂਸਰਾ ਜਿਹੜਾ ਨਵਾਂ ਆਰਡੀਨੈਂਸ ਆਇਆ ਚਾਹੇ ਉਹਦੀ ਗੱਲ ਹੋਈ ਹੈ, ਤਾਂ ਇੱਕ ਕਿਸਮ ਦੇ ਨਾਲ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਜਿਹੜੀ ਲੜਾਈ ਹੈਗੀ ਉਹ ਕੇਂਦਰ ਵੱਲ ਨੂੰ ਸੇਧਿਤ ਹੋਣੀ ਚਾਹੀਦੀ ਹੈ। ਜੀ ਵਿਜੇ। ਸੋ ਪੰਜਾਬ ਸਰਕਾਰ ਅਰਸ਼ਦੀਪ ਇਹ ਹੁਣ ਦਾਵਾ ਕਰ ਰਹੀ ਹੈ ਕਿ ਸਾਰੇ ਟਰੈਕ ਖੁੱਲੇ ਨੇ ਸਿਵਾਏ ਇਹਨਾਂ 2 ਟਰੈਕਸ ਦੇ ਜਿਹੜੇ ਬਣਾਵਾਲੀ ਤੇ ਰਾਜਪੁਰਾ ਨਿੱਜੀ ਥਰਮਲ ਪਲਾਂਟਾਂ ਨੂੰ ਜਾਂਦੇ ਆ।
ਇਹ ਇਸ ਕਿਸਮ ਦੀ ਗੱਲ ਤਾਂ ਕੋਈ ਉੱਥੇ ਨਹੀਂ ਕੀਤੀ ਗਈ, ਕਿਉਂਕਿ ਇੱਕੋ ਹੀ ਜਥੇਬੰਦੀ ਨੂੰ ਸੱਦਾ ਦਿੱਤਾ ਗਿਆ ਸੀਗਾ BKU ਉਗਰਾਹਾਂ ਨੂੰ। ਹਾਲਾਂਕਿ ਜਿਹੜੀਆਂ ਬਾਕੀ 30 ਜਥੇਬੰਦੀਆਂ ਸੀਗੀਆਂ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ ਮਾਲ ਗੱਡੀਆਂ ਨੂੰ ਉਹ ਇਜਾਜ਼ਤ ਦੇਣਗੇ ਤੇ ਉਹ ਰੇਲਵੇ ਟਰੈਕ ਛੱਡ ਕੇ ਰੇਲਵੇ ਸਟੇਸ਼ਨਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਦੇ ਲਈ ਬੈਠ ਗਏ ਨੇ। ਲੇਕਿਨ ਅਗਰ ਹੋਰ ਕੋਈ ਕਿਤੇ ਇੱਕਾ ਦੁੱਕਾ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਸ ਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈਗੀ। ਹਾਲਾਂਕਿ BKU ਉਗਰਾਹਾਂ ਨੇ ਜ਼ਰੂਰ ਇਹ ਸਾਫ਼ ਕੀਤਾ ਕਿ ਅਸੀਂ ਕੋਈ ਮਾਲ ਗੱਡੀ ਨਹੀਂ ਰੋਕੀ ਤੇ ਨਾ ਹੀ ਅਸੀਂ ਰੇਲਵੇ ਟਰੈਕ ਦੇ ਉੱਤੇ ਬੈਠੇ ਹਾਂ। ਅਸੀਂ ਬਾਕੀ ਜਥੇਬੰਦੀਆਂ ਤੋਂ ਪਹਿਲਾਂ ਹੀ ਰੇਲਵੇ ਟਰੈਕ ਖਾਲੀ ਕਰ ਚੁੱਕੇ ਹਾਂ ਤੇ ਉਹ ਸਿਰਫ 2 ਥਰਮਲ ਪਲਾਂਟ ਨੇ ਜਿੱਥੇ ਉਹਨਾਂ ਦਾ ਪ੍ਰਦਰਸ਼ਨ ਜਾਰੀ ਹੈ ਤੇ ਉਹ ਕਹਿ ਕੇ ਗਏ ਨੇ ਕਿ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ, ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਜੀ ਵਿਜੇ, ਧੰਨਵਾਦ ਅਰਸ਼ੇਸ਼ ਪੂਰੀ ਜਾਣਕਾਰੀ ਦੇ ਲਈ। ਤਾਂ BKU ਉਗਰਾਹਾਂ ਨੇ ਬੜਾ ਸਪਸ਼ਟ ਕੀਤਾ ਕਿ 2 ਜਿਹੜੇ ਨਿੱਜੀ ਥਰਮਲ ਪਲਾਂਟ ਸੀ ਜਿਨ੍ਹਾਂ ਤੇ ਉਹ ਧਰਨਾ ਦੇ ਰਹੇ ਨੇ, ਇੱਕ ਬਣਾ ਵਾਲੀ ਤੇ ਇੱਕ ਰਾਜਪੁਰਾ। ਤਰਕ ਇਹ ਹੈ ਕਿ ਉਹ ਜਿਹੜੇ ਥਰਮਲ ਪਲਾਂਟ ਨੇ ਉਹ ਨਿੱਜੀ ਨੇ, ਨਿੱਜੀ ਕੰਪਨੀਆਂ ਦੇ ਨੇ, ਇਸ ਕਰਕੇ ਉਹਨਾਂ ਨੇ ਇਹਨਾਂ ਥਰਮਲ ਪਲਾਂਟਾਂ ਨੂੰ ਜਾਣ ਵਾਲੀ ਸਪਲਾਈ ਰੋਕੀ ਹੋਈ ਹੈ। ਇਸ ਤੋਂ ਇਲਾਵਾ ਜਿਹੜੇ ਕੋਈ ਸਰਕਾਰੀ ਥਰਮਲ ਪਲਾਂਟ ਨੇ ਕਿਸੇ ਨੂੰ ਕੋਈ ਸਪਲਾਈ ਨਹੀਂ ਰੋਕੀ ਜਾ ਰਹੀ। ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਜਿਹੜਾ ਤਰਕ ਦਿੱਤਾ ਹੈ ਜਾਂ ਕਹੀਏ ਰੇਲਵੇ ਨੇ ਜਿਹੜਾ ਤਰਕ ਦਿੱਤਾ ਹੈ ਕਿ ਅਸੀਂ ਸਪਲਾਈ ਕਿਉਂ ਰੋਕੀ ਹੈ, ਉਹਨਾਂ ਨੇ ਰਾਜਪੁਰਾ ਜਿਹੜੀ ਰੇਲਵੇ ਲਾਈਨ ਹੈ ਉਸ ਨੂੰ ਰੋਕਣ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਕਿਸਾਨ ਜ਼ਿਆਦਾਤਰ ਜਿਨ੍ਹਾਂ ਨੇ ਆਪਦੇ ਧਰਨੇ ਚੱਕ ਲਏ ਹੈ ਉਹ ਕਿਸਾਨ ਰੇਲਵੇ ਟਰੈਕ ਤੋਂ ਹਟ ਕੇ ਰੇਲਵੇ ਸਟੇਸ਼ਨ ਤੇ ਬੈਠੇ ਨੇ ਔਰ ਜਿਹੜੀਆਂ ਉਹਨਾਂ ਦੀਆਂ ਟ੍ਰੇਨਾਂ ਜਾਂਦੀਆਂ ਨੇ ਉਹਨਾਂ ਟ੍ਰੇਨਾਂ ਨੂੰ ਰੋਕ ਕੇ ਬਕਾਇਦਾ ਤੌਰ ਤੇ ਚੈੱਕ ਕੀਤਾ ਜਾ ਰਿਹਾ ਹੈ ਔਰ ਫਿਰ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਇਹਨਾਂ ਚੀਜ਼ਾਂ ਤੋਂ ਰੇਲਵੇ ਨਹੀਂ ਚਾਹੁੰਦਾ ਕਿ ਇਸ ਤਰੀਕੇ ਦੀਆਂ ਉੱਥੇ ਗਤੀਵਿਧੀਆਂ ਚੱਲਣ, ਇਸ ਕਰਕੇ ਉਹਨਾਂ ਨੇ ਕਲੀਅਰ ਟਰੈਕ ਦੀ ਮੰਗ ਕੀਤੀ ਸੀ ਔਰ ਇਸੇ ਨੂੰ ਲੈ ਕੇ ਅੱਜ BKU ਉਗਰਾਹਾਂ ਨੂੰ ਬੁਲਾਇਆ ਗਿਆ ਸੀ ਇਸ ਮੀਟਿੰਗ ਦੇ ਲਈ। ਪਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਸਾਡਾ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਉਧਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਬੈਠਕਾਂ ਸ਼ੁਰੂ ਕਰ ਦਿੱਤੀਆਂ ਨੇ। ਅੱਜ ਪੰਜਾਬ BJP ਦੀ ਕੇਂਦਰੀ ਹਾਈ ਕਮਾਨ ਨਾਲ ਇੱਕ ਬੈਠਕ ਹੋ ਰਹੀ ਹੈ ਦਿੱਲੀ ਦੇ ਵਿੱਚ। ਪੰਜਾਬ ਇਕਾਈ ਦੀ ਕੇਂਦਰੀ ਹਾਈ ਕਮਾਨ ਦੇ ਨਾਲ ਖੇਤੀ ਕਾਨੂੰਨਾਂ ਤੇ ਜੋ ਇਸ ਵੇਲੇ ਮਾਹੌਲ ਪੰਜਾਬ ਦੇ ਵਿੱਚ ਚੱਲ ਰਿਹਾ, ਜੋ ਘਮਾਸਾਨ ਚੱਲ ਰਿਹਾ, ਉਸ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ। ਕੌਮੀ ਪ੍ਰਧਾਨ JP ਨੱਡਾ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਏਗੀ ਔਰ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਮੰਥਨ ਹੋਏਗਾ ਅੱਜ ਦੀ ਇਸ ਬੈਠਕ ਦੇ ਵਿੱਚ। ਅਸ਼ਵਨੀ ਸ਼ਰਮਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਦਿੱਲੀ ਰਵਾਨਾ ਹੋਏ ਨੇ ਇਸ ਮੀਟਿੰਗ ਦੇ ਲਈ ਔਰ ਅੱਜ ਇਹ ਮੀਟਿੰਗ ਹੋਣੀ ਹੈ। ਪੰਕਜ ਕਬਾਈ ਸਾਡੇ ਸਹਿਯੋਗੀ ਜੁੜੇ ਨੇ। ਪੰਕਜ, ਪਹਿਲੀ ਗੱਲ ਤੇ ਪੰਜਾਬ ਤੋਂ ਕੌਣ-ਕੌਣ ਸ਼ਾਮਿਲ ਹੋ ਰਿਹਾ ਹੈ? ਅਸ਼ਵਨੀ ਸ਼ਰਮਾ ਤੋਂ ਇਲਾਵਾ ਹੋਰ ਵੀ ਕੋਈ ਆਗੂ ਨੇ ਜਿਹੜੇ ਇਸ ਬੈਠਕ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਪਹਿਲੀ ਗੱਲ। ਔਰ ਦੂਜੀ ਗੱਲ, ਕੀ ਇਸ ਦੇ ਵਿੱਚ ਜਿਹੜਾ ਫੋਕਸ ਹੈ ਉਹ ਸਿਰਫ ਪੰਜਾਬ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਇਹਨੂੰ ਕਿਸ ਤਰੀਕੇ ਨਾਲ ਸੌਰਟ ਆਊਟ ਕੀਤਾ ਜਾਵੇ ਜਾਂ ਇਹਨੂੰ ਕਿਸ ਤਰੀਕੇ ਨਾਲ ਇੱਥੋਂ ਹਟਾਇਆ ਜਾਵੇ, ਧਰਨੇ ਪ੍ਰਦਰਸ਼ਨ ਰੋਕੇ ਜਾਣ ਜਾਂ ਫਿਰ ਕਿਸੇ ਤਰੀਕੇ ਕੋਈ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਵਿਚਲਾ ਰਸਤਾ ਕੱਢਿਆ ਜਾਵੇ, ਇਸ ਤਰੀਕੇ ਦੀ ਵੀ ਉਮੀਦ ਹੈ? ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸ਼ਵਨੀ ਸ਼ਰਮਾ ਤੋਂ ਇਲਾਵਾ ਤਰੁਣ ਚੁਗ, ਵਿਜੇ ਸਾਂਪਲਾ, ਮਨੋਰੰਜਨ ਕਾਲੀਏ ਸਾਰੇ ਲੀਡਰਸ਼ਿਪ ਜਿਹੜੀ ਕੋਰ ਕਮੇਟੀ ਪੰਜਾਬ ਦੀ ਹੈ ਉਹਨਾਂ ਨੂੰ ਦਿੱਲੀ ਸੱਦਿਆ ਗਿਆ। ਸ਼ਾਮ 5 ਵਜੇ ਮੀਟਿੰਗ JP ਨੱਡਾ ਜੋ ਕੌਮੀ ਪ੍ਰਧਾਨ ਨੇ ਉਹਨਾਂ ਦੇ ਨਾਲ ਪੰਜਾਬ BJP ਲੀਡਰਸ਼ਿਪ ਦੀ ਹੋਏਗੀ ਔਰ ਮਸਲੇ 3-4 ਅਹਿਮ ਰਹਿਣ ਵਾਲੇ ਆ। ਇੱਕ ਤਾਂ ਜਿਸ ਤਰੀਕੇ ਨਾਲ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਪੁਤਲੇ ਜਿਹੜੇ ਨੇ ਉਹ ਫੂਕੇ ਗਏ, ਉਸ ਦੇ ਪਿੱਛੇ ਕੌਣ ਹੈ, ਪਟਰੀਆਂ ਤੇ ਜਿਹੜੇ ਕਿਸਾਨ ਬੈਠੇ ਨੇ ਜਾਂ ਫਿਰ ਉਹਨਾਂ ਨੂੰ ਕਿਵੇਂ ਕੰਟਰੋਲ ਦੇ ਵਿੱਚ ਕੀਤਾ ਜਾਵੇ, ਇਸ ਮੁਤਲਕ ਚਰਚਾ ਕੀਤੀ ਜਾਏਗੀ। ਔਰ ਇਸ ਦੇ ਨਾਲ ਪਹਿਲੀ ਵਾਰ ਹੋਏਗਾ ਕਿ ਅਕਾਲੀ ਦਲ ਤੋਂ ਵੱਖਰੇ ਹੋ ਕੇ BJP ਲੜਨ ਦੀ ਤਿਆਰੀ ਕਰ ਰਹੀ ਹੈ ਤਾਂ ਅਜਿਹੇ ਚਿਹਰੇ ਕੌਣ ਹੋਣਗੇ, ਕਿਸ ਤਰੀਕੇ ਦੇ ਨਾਲ ਤਮਾਮ ਅੱਗੋਂ ਚੋਣਾਂ ਲੜਨ ਦੀ ਤਿਆਰੀ ਜਿਹੜੀ ਹੈ ਉਹ ਲਿਖੀ ਜਾਣੀ ਹੈ। ਔਰ ਖਾਸ ਤੌਰ ਤੇ ਜਿਹੜੇ ਦਲਿਤਾਂ ਦੇ ਮਸਲਿਆਂ ਦੇ ਉੱਤੇ BJP ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਵੀ ਲੈ ਕੇ ਅੱਗੇ ਕੀ ਕੁਝ ਰੂਪਰੇਖਾ ਰਹੇਗੀ, ਕਿਉਂਕਿ ਮੇਰੇ 2 ਅਹਿਮ ਗੱਲਾਂ ਨੇ। ਇੱਕ ਤਾਂ ਕਿਸਾਨ ਖਿਲਾਫ ਹੈ, ਜੱਟ ਖਿਲਾਫ ਨੇ ਪੰਜਾਬ BJP ਦੇ, ਲੇਕਿਨ ਦਲਿਤ ਵੋਟ ਬੈਂਕ ਤੇ BJP ਦੀ ਨਜ਼ਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਦਲਿਤਾਂ ਨੂੰ ਲਵਾਉਣ ਦੇ ਲਈ BJP ਤਮਾਮ ਕੋਸ਼ਿਸ਼ਾਂ ਕਰ ਰਹੀ ਹੈ ਔਰ ਉਸੇ ਮਸਲੇ ਨੂੰ ਲੈ ਕੇ ਅਗਲੀ ਰੂਪਰੇਖਾ ਜਿਹੜੀ ਹੈ ਉਹ BJP ਦੀ ਰਹਿਣ ਵਾਲੀ ਹੈ, ਕਿਉਂਕਿ 2022 ਮਿਸ਼ਨ ਤਮਾਮ ਸਿਆਸੀ ਪਾਰਟੀਆਂ ਦੇਖ ਰਹੀਆਂ ਔਰ ਅਜਿਹੇ 'ਚ ਅਕਾਲੀ ਦਲ ਵੱਖਰੇ ਹੋਣ ਤੋਂ ਬਾਅਦ BJP ਕਿੰਨੀ ਕੁ ਤਿਆਰ ਹੈ। ਪੰਕਜ, ਇੱਥੇ ਸਵਾਲ ਇੱਕ ਸਵਾਲ ਇੱਥੇ ਇਹ ਵੀ ਹੈ ਕਿ ਜਿਹੜੇ ਪੰਜਾਬ BJP ਦੇ ਆਗੂ ਨੇ ਉਹ ਲਗਾਤਾਰ ਗਾਹੇ ਬਗਾਹੇ ਇਹ ਦਾਅਵਾ ਕਰ ਰਹੇ ਨੇ, ਪਿਛਲੇ ਦਿਨਾਂ 'ਚ ਵੀ ਕੀਤੇ ਨੇ ਕਿ ਅਸੀਂ ਕਿਸਾਨਾਂ ਦੀ ਕੇਂਦਰ ਦੇ ਨਾਲ ਮੁਲਾਕਾਤ ਕਰਵਾਵਾਂਗੇ ਜਾਂ ਉਹਨਾਂ ਦੇ ਨਾਲ ਮੀਟਿੰਗ ਕਰਵਾ ਕੇ ਇਸ ਮਸਲੇ ਦਾ ਕੋਈ ਹੱਲ ਕੱਢਾਂਗੇ। ਸੋ ਕੀ ਇਹ ਚੀਜ਼ਾਂ ਵੀ ਪ੍ਰਾਇੋਰਟੀ ਤੇ ਨੇ ਜਾਂ ਸਿਰਫ ਵੋਟਾਂ ਰਹਿ ਗਈਆਂ? ਬਿਲਕੁਲ ਇਹ ਅਹਿਮ ਮਸਲਾ ਹੈ, ਕਿਉਂਕਿ ਕੁਝ ਦਿਨਾਂ ਤੋਂ ਪ੍ਰੋਟੈਸਟ ਨਹੀਂ ਬਲਕਿ
1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿਸਾਨ ਧਰਨੇ ਦੇ ਰਹੇ ਨੇ। ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਵ ਦੀ ਗੱਲ ਕੀਤੀ ਜਾਵੇ, ਕਈ ਸਾਰੇ ਭਾਜਪਾ ਆਗੂ ਅਜਿਹੇ ਨੇ ਜਿਨ੍ਹਾਂ ਦੇ ਘਰ ਦੇ ਬਾਹਰ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ। ਤਾਂ ਕਿਸਾਨਾਂ ਨੂੰ ਕਿਵੇਂ ਮਨਾਇਆ ਜਾਏਗਾ? ਔਰ ਬੀਜੇਪੀ ਲਗਾਤਾਰ ਵਰਚੁਅਲ ਮੀਟਿੰਗ ਜਾਂ ਤਮਾਮ ਮੀਟਿੰਗਾਂ ਕਰਦੇ ਨੇ ਕਿਸਾਨਾਂ ਦੇ ਨਾਲ, ਲੇਕਿਨ ਉਸ ਤਰੀਕੇ ਦਾ ਪ੍ਰਭਾਵ ਨਹੀਂ ਪੈ ਰਿਹਾ। ਕਿਸਾਨਾਂ ਨੂੰ ਭਰੋਸੇ ਦੇ ਵਿੱਚ ਬੀਜੇਪੀ ਨਹੀਂ ਲੈ ਪਾ ਰਹੀ। ਔਰ ਅਜਿਹੇ ਜਦੋਂ ਮਦਨ ਮੋਹਨ ਮਿੱਤਲ ਵਰਗੇ ਸੀਨੀਅਰ ਆਗੂ ਕਹਿ ਰਹੇ ਨੇ ਕਿ ਕਿਸਾਨ ਜਿਹੜੇ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦੇ ਨਾਲ ਚੱਲਣ ਦਿੱਲੀ, ਔਰ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕਰਵਾਈ ਜਾਏਗੀ, ਮਸਲਿਆਂ ਦਾ ਹੱਲ ਹੋਏਗਾ, ਤਾਂ ਇਸ ਮੁਤਲਕ ਵੀ ਜਿਹੜੀ ਹੈ ਗੱਲਬਾਤ ਤਮਾਮ ਬੀਜੇਪੀ ਲੀਡਰਸ਼ਿਪ ਜਿਹੜੀ ਹੈ ਉਹ ਕਰੇਗੀ। ਵਿਜੇਪਾਲ, ਠੀਕ ਹੈ, ਧੰਨਵਾਦ ਪੰਕਜ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਅੱਜ ਇਹ ਮੀਟਿੰਗ ਹੋ ਰਹੀ ਹੈ ਸ਼ਾਮ ਨੂੰ। ਉਮੀਦ ਹੈ ਕਿ ਬੀਜੇਪੀ ਕਿਸਾਨੀ ਮੁੱਦੇ ਤੇ, ਕਿਸਾਨੀ ਪ੍ਰਦਰਸ਼ਨਾਂ ਤੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰੇਗੀ। ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੇਂਦਰ ਨੂੰ ਸਹੀ ਸਥਿਤੀ ਤੋਂ ਜਾਣੂ ਕਰਵਾਏਗੀ, ਇਸ ਚੀਜ਼ ਦੀ ਉਮੀਦ ਹੈ। ਬਾਕੀ ਮੀਟਿੰਗ 'ਚ ਕੀ ਨਿਕਲ ਕੇ ਆਉਂਦਾ ਇਹ ਉਸ ਤੋਂ ਬਾਅਦ ਪੂਰੀ ਅਪਡੇਟ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀਆਂ ਤੇ ਇੱਕ ਵਾਰ ਮੁੜ ਭੜਕੇ ਨੇ ਜੇਪੀ ਨੱਡਾ। ਸ਼੍ਰੋਮਣੀ ਅਕਾਲੀ ਦਲ ਤੇ ਸਿੱਧਾ ਹਮਲਾ ਬੋਲਿਆ ਹੈ। ਨਿਊਜ਼ 18 ਨਾਲ ਖਾਸ ਗੱਲਬਾਤ ਦੇ ਵਿੱਚ, ਖਾਸ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਹੈ ਕਿ ਕਾਂਗਰਸ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਸਾਡਾ ਸਾਥ ਛੱਡਿਆ ਹੈ। ਵਿਰੋਧੀਆਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਤੱਕ ਦੇ ਇਲਜ਼ਾਮ ਜੇਪੀ ਨੱਡਾ ਵੱਲੋਂ ਲਾਏ ਗਏ ਨੇ। ਸੋ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਵਾਰ ਫਿਰ ਨਿਊਜ਼ 18 ਤੇ ਖਾਸ ਗੱਲਬਾਤ ਦੌਰਾਨ ਜੇਪੀ ਨੱਡਾ ਖਾਸ ਤੌਰ ਤੇ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੇ ਭੜਕੇ ਨੇ ਔਰ ਉਹਨਾਂ ਕਿਹਾ ਹੈ ਕਿ ਕਾਂਗਰਸ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਸਾਡਾ ਸਾਥ ਛੱਡਿਆ ਹੈ। ਇਹ ਪਹਿਲੀ ਵਾਰੀ ਬਿਆਨ ਆਇਆ ਜੇਪੀ ਨੱਡਾ ਦਾ। ਹਾਲਾਂਕਿ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਬਾਰੇ ਵਿਰੋਧੀ ਪਾਰਟੀਆਂ ਬਿਆਨ ਦਿੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਕਿਸਾਨਾਂ ਦੇ ਦਬਾਅ ਹੇਠ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡਿਆ, ਪਰ ਜੇਪੀ ਨੱਡਾ ਕਹਿ ਰਹੇ ਨੇ ਕਿ ਕਾਂਗਰਸ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਇਹ ਉਹਨਾਂ ਦਾ ਸਾਥ ਛੱਡਿਆ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਵਿਰੋਧੀਆਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਵੀ ਇਲਜ਼ਾਮ ਲਾਏ ਨੇ। ਤੁਹਾਨੂੰ ਉਹ ਚੰਕ ਸੁਣਾਉਣੇ ਹਾਂ ਇੰਟਰਵਿਊ ਦਾ ਜਿਸ ਦੇ ਵਿੱਚ ਜੇਪੀ ਨੱਡਾ ਇਹ ਜ਼ਿਕਰ ਕਰ ਰਹੇ ਨੇ। जो ऑपोजिशन पार्टी है विशेष करके कांग्रेस, यह फ्रस्ट्रेशन में आकर के इसने ऑपोजिशन के सारे तौर तरीके पर इनका विश्वास रह नहीं गया है। किसान नहीं आया है पर पॉलिटिकल पार्टीज आई हैं विरोध में। उसी तरीके से मजदूर नहीं आया है, पॉलिटिकल पार्टीज आई हैं विरोध में। मजदूर मोदी जी के साथ खड़ा, विपक्ष एक नारा लगा रहा है किसान विरोधी नरेंद्र मोदी। हाँ, ये पार्टी करी ना, पॉलिटिकल पार्टी जो खुद अपने मैनिफेस्टो में लिखती है कि हम ये रिफॉर्म्स लाएंगे। ये बैंकरप्सी ऑफ माइंड इसको कहते हैं पॉलिटिकल पार्टी का, मानसिक दिवालियेपन का ये परिचायक है। 2019 के कांग्रेस के मैनिफेस्टो में साफ लिखा है कि हम फार्मर्स रिफॉर्म्स लाएंगे, हम मार्केट से फ्रूट्स वेजिटेबल्स को मंडी से आजाद करेंगे जी, हम अपना एसेंशियल कमोडिटीज एक्ट में 1955 को में परिवर्तन लाएंगे। ये मोदी जी लेके आ गए, अब आप विरोध करने बैठे। पर आपके अलायंस पार्टनर भी इसको नहीं माना श्रोमणी अकाली दल ने। हमने तो चाहा, वो हमारे साथ पार्ट एंड पार्सल थे, कैबिनेट में वो हमारे पार्ट एंड पार्सल थे, पार्लियामेंट में हमारे पार्ट एंड पार्सल थे। बाद में कांग्रेस के दबाव में आकर के वो चले गए, ये उनकी स्ट्रैटेजी। पर पार्टनर आपके दबाव में कांग्रेस के आ गए, वो आ गए ना, उनको लगा, ये उनका सोच है, हम किसी को मना नहीं कर सकते हैं। लेकिन जो हमने कहा वो हमने किया, हम नहीं खिसके हैं कहीं से। ਤੇ ਅਕਾਲੀ ਦਲ ਦਾ ਵੀ ਇਸ ਤੇ ਪ੍ਰਤੀਕਰਮ ਆਇਆ ਹੈ। ਅਕਾਲੀ ਦਲ ਨੇ ਬੀਜੇਪੀ ਤੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਬੀਜੇਪੀ ਆਗੂ ਤਾਨਾਸ਼ਾਹ ਵਾਂਗ ਗੱਲ ਕਰ ਰਹੇ ਨੇ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਾਹਿਬ ਦਾ ਜਿਹੜਾ ਬਿਆਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਚ, ਉਹ ਬਹੁਤ ਹੀ ਮਿਸਲੀਡਿੰਗ ਆ ਔਰ ਤੱਥਾਂ ਤੋਂ ਬਹੁਤ ਦੂਰ ਹੈ। मैं समझदा कि बीजेपी के राष्ट्रीय प्रधान होने के नाते उन्होंने इहो जी गल जिहड़ी है वो नहीं करनी चाहिए। श्रोमणी अकाली दल जे एनडीए चों वख होया ते सिर्फ इक्को कारण सी कि असीं चाहुंदे सी कि जिहड़ी किसानां दी गल सुनी जावे और उन्नी देर तक बिल लोक सभा ते राज्य सभा विच ना पेश कीते जाण जिन्नी देर तक किसानां दी तसल्ली नहीं होंदी।
ਪਰ ਭਾਰਤੀ ਜਨਤਾ ਪਾਰਟੀ ਦਾ ਇੱਥੇ ਐਟੀਟਿਊਡ ਜਿਹੜਾ ਸੀ ਉਹ ਅੜੀਅਲ ਸੀ, ਤਾਨਾਸ਼ਾਹੀ ਸੀ। ਤੇ ਅੱਜ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਵੀ ਫਟਕਾਰ ਲਗਾਈ ਹੈ। ਰੇਲਵੇ ਟਰੈਕ ਤੇ ਜਾਰੀ ਧਰਨਿਆਂ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਹਾਈ ਕੋਰਟ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਤੋਂ ਸਥਿਤੀ ਸੰਭਲ ਨਹੀਂ ਰਹੀ, ਕੀ ਪੰਜਾਬ ਸਰਕਾਰ ਸੰਵਿਧਾਨ ਦੀ ਪਾਲਣਾ ਕਰਨ ਦੇ ਵਿੱਚ ਨਾਕਾਮ ਹੈ। ਇਹ ਟਿੱਪਣੀਆਂ ਹਾਈ ਕੋਰਟ ਵੱਲੋਂ ਕੀਤੀਆਂ ਗਈਆਂ। ਇਹ ਵੀ ਪੁੱਛਿਆ ਗਿਆ ਕਿ ਰੇਲਵੇ ਟਰੈਕ ਖਾਲੀ ਕਿਉਂ ਨਹੀਂ ਕਰਵਾ ਰਹੀ ਸਰਕਾਰ, ਇਹ ਵੀ ਪੁੱਛਿਆ ਗਿਆ। ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਕਿ ਅਸੀਂ ਸਾਰੇ ਟਰੈਕ ਖਾਲੀ ਕਰਵਾਏ ਨੇ। ਪੰਜਾਬ ਸਰਕਾਰ ਇਹ ਇਸ ਦਾ ਬਿਆਨ ਹੈ, ਉਹਨਾਂ ਕਿਹਾ ਹੈ ਕਿ ਅਸੀਂ ਸਾਰੇ ਟਰੈਕ ਜਿਹੜੇ ਨੇ ਉਹ ਖਾਲੀ ਕਰਵਾ ਲਏ ਨੇ। ਕੇਂਦਰ ਸਰਕਾਰ ਨੇ ਸੁਣਵਾਈ ਦੌਰਾਨ ਇਹ ਜਿਹੜੀ ਗੱਲ ਕਹੀ ਹੈ ਉਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਹਾਲੇ ਵੀ ਕਈ ਥਾਵਾਂ ਤੇ ਰੇਲਵੇ ਲਾਈਨਾਂ ਤੇ ਕਿਸਾਨ ਡਟੇ ਹੋਏ ਨੇ। ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਇਹ ਹੁਕਮ ਹੈ ਕਿ ਅਗਲੀ ਸੁਣਵਾਈ 'ਚ ਸਰਕਾਰ ਦੱਸੇ ਕਿ ਉਹਨਾਂ ਨੇ ਕੀ ਕਦਮ ਚੁੱਕੇ ਨੇ। ਸੋ ਕੇਂਦਰ ਸਰਕਾਰ ਨੇ ਸੁਣਵਾਈ ਦੌਰਾਨ ਆਪਣਾ ਪੱਖ ਰੱਖਿਆ ਹੈ ਔਰ ਉਹਨਾਂ ਕਿਹਾ ਹੈ ਕਿ ਹਜੇ ਵੀ ਕਈ ਥਾਵਾਂ ਤੇ ਕਿਸਾਨ ਜਿਹੜੇ ਨੇ ਉਹ ਰੇਲਵੇ ਲਾਈਨਾਂ ਤੇ ਡਟੇ ਹੋਏ ਨੇ, ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਰੇ ਟਰੈਕ ਖਾਲੀ ਨੇ। ਤੇ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਆਰਡੀਨੈਂਸ, ਇੱਕ ਸਖਤ ਆਰਡੀਨੈਂਸ ਲਿਆਂਦਾ ਗਿਆ ਹੈ। ਇਸ ਆਰਡੀਨੈਂਸ ਦੇ ਤਹਿਤ ਇੱਕ 18 ਮੈਂਬਰੀ ਕਮਿਸ਼ਨ ਬਣਾਇਆ ਜਾਏਗਾ ਔਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਲਈ ਇਹ ਕਮਿਸ਼ਨ ਸੁਝਾਅ ਦੇਵੇਗਾ। ਇਸ ਦੇ ਵਿੱਚ ਪਰਾਲੀ ਇੰਡਸਟਰੀ ਦਾ ਜਿਹੜਾ ਪੋਲਿਊਸ਼ਨ ਹੈ ਉਸ ਦਾ ਵੀ ਅਧਿਐਨ ਕੀਤਾ ਜਾਏਗਾ। ਹਵਾ ਪ੍ਰਦੂਸ਼ਣ ਦੇ ਮਾਮਲਿਆਂ ਦਾ ਖੁਦ ਇਹ ਕਮਿਸ਼ਨ ਨੋਟਿਸ ਲਏਗਾ। ਪਰ ਇਹਦੇ 'ਚ ਜਿਹੜੀ ਸਭ ਤੋਂ ਅਹਿਮ ਗੱਲ ਹੈ ਜਾਂ ਕਹੀਏ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਨਿਯਮ ਤੋੜਨ ਵਾਲਿਆਂ ਦੇ ਉੱਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈ ਉਹ ਲਗਾਇਆ ਜਾ ਸਕਦਾ ਹੈ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ 5 ਸਾਲ ਤੱਕ ਦੀ, ਵੱਧ ਤੋਂ ਵੱਧ 5 ਸਾਲ ਤੱਕ ਦੀ ਸਜ਼ਾ ਕਮਿਸ਼ਨ ਸੁਣਾ ਸਕਦਾ ਹੈ। ਕਮਿਸ਼ਨ ਦੇ ਹੁਕਮਾਂ ਨੂੰ ਸਿਰਫ NGT ਦੇ ਵਿੱਚ ਚੁਣੌਤੀ ਦਿੱਤੀ ਜਾ ਸਕੇਗੀ। ਕਮਿਸ਼ਨ 'ਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, UP ਦੇ ਅਧਿਕਾਰੀ ਜਿਹੜੇ ਨੇ ਉਹ ਸ਼ਾਮਿਲ ਹੋਣਗੇ। ਉਧਰ ਚੰਡੀਗੜ੍ਹ ਦੇ ਵਾਤਾਵਰਣ ਡਾਇਰੈਕਟਰ ਦਵਿੰਦਰ ਦਲਾਈ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਡਾਇਰੈਕਟਰ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਮਨੋਜ ਰਾਠੀ ने। हमारे साथ डायरेक्टर एनवायरनमेंट देवेंद्र दलाई जी हैं, जिन्होंने लगातार कैंपेनिंग भी चला रखी है, मॉनिटरिंग जो है वो की जा रही है। उनसे हम बातचीत करते हैं। सर, जिस तरह से अब इशू दोबारा से स्टबल बर्निंग, पोल्यूशन, एयर क्वालिटी को लेकर दिक्कतें आ रही हैं, आप लोगों की तरफ से किस तरह के और कदम उठाए जा रहे हैं कि इस तरह की चीज़ों को रोका जा सके? देखिए, स्टबल बर्निंग एक बड़ा इम्पोर्टेंट इशू है जो एड्रेस करना बहुत ज़रूरी है और उसका बड़ा सब्सटेंशियल कंट्रीब्यूशन रहता है एयर क्वालिटी पे। अगर स्टबल बर्निंग ज़्यादा होगा डेफिनेटली एयर क्वालिटी धीरे धीरे घटेगा ही। लेकिन जहाँ तक चंडीगढ़ की बात है, चंडीगढ़ में आपको पता है कि जो लैंड प्राइस है, लैंड का अवेलेबिलिटी है, उसके हिसाब से बहुत ज़्यादा मात्रा में लोग एग्रीकल्चर यहाँ पे प्रैक्टिस नहीं करते हैं। लेकिन इसके बाद भी जो एयर क्वालिटी में थोड़ा सा ख़राब होता है ये विंटर में, उसका 2 रीज़न है। एक जो है विंटर का टेम्परेचर, एक रीजन बहुत बड़ा रीजन है। जैसे जैसे विंटर बढ़ेगा आप देखेंगे एयर क्वालिटी खराब होता जाएगा। सर, बारिश नहीं होती है, एयर का जो क्वालिटी का जो प्रेशर है वो एक जगह ही बिल्कुल बिल्कुल सही बोला आपने। देखेंगे मानसून में बड़ा साफ हो जाता है मौसम, जो एयर जो है एनवायरनमेंट बड़ा साफ होता है। लेकिन जैसे विंटर होता है एयर हैवी हो जाता है। एयर हैवी होने से नीचे का जो एयर है वो ऊपर उठता नहीं, नीचे ही रहता है, जिसकी वजह से एयर क्वालिटी ख़राब होता है। अदरवाइज चंडीगढ़ में एयर क्वालिटी ख़राब होने का दूसरा कोई रीज़न इसीलिए नहीं है कि चंडीगढ़ में अगर आप देखेंगे रोड का कंडीशंस अच्छी है, ऐसा नहीं कि रोड से डस्ट निकलता है, ऐसा नहीं है कि कहीं पे कंस्ट्रक्शन एक्टिविटीज़ बहुत बड़ी मात्रा पे चल रहा है, ऐसा भी नहीं है। तीसरी बात है, ऐसा कोई हमारे पास इंडस्ट्री नहीं है बहुत ज़्यादा एमिशन करने वाली। जो हमारे लिए एक ही चिंता की बात है वो है हमारा व्हीकुलर ट्रैफिक। लेकिन वो व्हीकुलर ट्रैफिक में भी एक राहत की बात ये है, हमारे यहाँ पे बहुत पुराने व्हीकल सड़क पे आप नहीं देखेंगे। इसलिए एयर क्वालिटी ख़राब होने का एक जो मेन रीज़न ये है कि अगर एडजॉइनिंग एरिया में भी कोई ऐसे एक्टिविटीज़ हो, चाहे इंडस्ट्रियल एक्टिविटीज़ हो या तो कंस्ट्रक्शन एक्टिविटीज़ हो या तो स्टबल बर्निंग की हो, उसका असर चंडीगढ़ पे ज़रूर दिखाई देगा। पंजाब सटा हुआ है, हरियाणा की अगर हम बात करें, NCR की बात करें, बिल्कुल बिल्कुल चंडीगढ़ जो है लैंडलॉक्ड है। चंडीगढ़ एक छोटी सी यूटी है 114 स्क्वायर किलोमीटर और चारों तरफ दूसरे स्टेट्स है, दूसरे डिस्ट्रिक्ट है, जहाँ पे जो एक्टिविटीज़ है वो हमारा कंट्रोल के बाहर का एक्टिविटीज़ है। सर, केंद्र सरकार ने पहल की है
5 साल का जुर्माना, 1 करोड़ जो है वो जुर्माना, 5 साल की सज़ा, इस तरह का भी किया। एक मॉनिटरिंग सेल जो है वो बनाया गया है, इसकी कमेटी जो है वो बना दी गई है। इस तरह की चीज़ें ऑब्वियसली कहीं ना कहीं फ़र्क ज़रूर पड़े। बिल्कुल बिल्कुल, देखिए जो जुर्माना है वो तो कहीं ना कहीं एक डिटरेंट का तो काम करेगा ही, लेकिन उससे ज़्यादा इम्पोर्टेंट क्या है, जो आम आदमी हम पॉल्यूशन करते हैं, हमको ये नहीं पता चलता है कि ये पॉल्यूशन के लिए मैं जिम्मेदार हूँ या मैं कुछ कर रहा हूँ। अगर लॉकडाउन के टाइम में देखेंगे, लॉकडाउन के टाइम में एयर क्वालिटी इंडेक्स चंडीगढ़ की 20 के आसपास आ गया था, 20-21 के आसपास आ गया कोविड के टाइम में, जैसे आपने पहले भी हमारी लॉकडाउन के टाइम में। उसका रीज़न ये है कि जब हम ह्यूमन एक्टिविटी सारा बंद कर दिए तो एयर क्वालिटी खराब अच्छा हो गया, सुधर गया है। इसका मतलब कहीं ना कहीं जो हमारा एक्टिविटीज़ है उसको हमको रिव्यू करने की ज़रूरत है, उस पर ध्यान देने की ज़रूरत है। अगर उस पर हम कंट्रोल करेंगे, डेफिनेटली एयर क्वालिटी को हम अच्छा कर पाएंगे। चंडीगढ़ से कैमरामैन विशाल गुलाटी के साथ मनोज राठी, न्यूज़ 18 पंजाब। एक छोटा कमर्शियल ब्रेक, जल्द वापस आने।